बिस्मिल्लाहिर्रहमानिर्रहीम अस्सलाम वालेकुम सब दोस्त भाई जिम्मेदारां ਨੂੰ मैं ਤੁਹਾਡਾ ਹੋਸਟ ਆਸਿਫ ਰਜ਼ਾ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਸਿਫ ਰਜ਼ਾ ਰਹਿਮਾਨੀ ਟਿਪਸ ਦੇ ਨਾਂ ਤੇ। ਅੱਛਾ ਦੋਸਤਾਂ ਦੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ ਅੱਜ ਇੱਕ ਨਵਾਂ ਪ੍ਰੋਜੈਕਟ ਲੈ ਕੇ ਇੱਕ ਨਵਾਂ ਟਾਪਕ ਨਾਲ ਇੱਕ ਨਵੀਂ ਜਿਨਸ ਇੱਕ ਨਵੇਂ ਫਰੂਟ ਨਾਲ। ਕੋਸ਼ਿਸ਼ ਕਰੀ ਦੀ ਹੈ ਦੂਰ ਦਰਾਜ਼ ਦੇ ਇਲਾਕਿਆਂ ਦੇ ਵਿੱਚ ਆ ਕੇ ਦੋਸਤਾਂ ਦੀ ਰਹਿਨਮਾਈ ਵਾਸਤੇ ਕੋਈ ਨਾ ਕੋਈ ਟਾਪਕ ਲੈ ਕੇ ਆਈਏ, ਕੁਛ ਨਾ ਕੁਛ ਅੱਛੀ ਚੀਜ਼ ਦੋਸਤਾਂ ਨਾਲ ਸ਼ੇਅਰ ਕਰੀਏ ਤੇ ਦੋਸਤ ਨੂੰ ਦੇਖ ਕੇ ਕੁਛ ਨਾ ਕੁਛ ਫਾਇਦਾ ਹਾਸਲ ਕਰ ਲਵੇ। ਅੱਜ ਦਾ ਸਾਡਾ ਟਾਪਕ ਹੋਏਗਾ ਜੀ ਇਨਸ਼ਾਅੱਲਾ ਤਰਬੂਜ਼ ਦੀ ਕਾਸ਼ਤ, ਕਿਉਂਕਿ ਦਰਿਆ ਦੇ ਇਲਾਕੇ ਦੇ ਵਿੱਚ ਜ਼ਿਆਦਾ ਤਰਬੂਜ਼ ਕਾਸ਼ਤ ਕੀਤਾ ਜਾਂਦਾ। ਅਸੀਂ ਦੂਰ ਦਰਾਜ਼ ਦੇ ਇਲਾਕੇ ਦਰਿਆ ਦੇ ਇਲਾਕੇ ਸਫ਼ਰ ਕਰਕੇ ਆਏ ਹਾਂ, ਦੋਸਤਾਂ ਦੇ ਨਾਲ ਸ਼ੇਅਰ ਕਰਾਂਗੇ, ਦੋਸਤਾਂ ਦੇ ਨਾਲ ਜ਼ਿਮੀਂਦਾਰ ਭਾਈਆਂ ਦੀ ਗੱਲ ਕਰਾਵਾਂਗੇ, ਤਰਬੂਜ਼ ਕਾਸ਼ਤ ਹੁੰਦਾ ਦਿਖਾਵਾਂਗੇ, ਕਿਸ ਤਰ੍ਹਾਂ ਕਾਸ਼ਤ ਹੁੰਦਾ, ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਹੁੰਦੀ ਹੈ, ਉਸ ਦੇ ਅੰਦਰ ਕੀ ਲਵਾਜ਼ਮਾਤ ਨੇ, ਛਾਪਰ ਵਗੈਰਾ ਲਗਾਉਂਦੇ ਨੇ, ਟਨਲ ਲਗਾਉਂਦੇ ਨੇ, ਕਿਸ ਤਰ੍ਹਾਂ ਕਾਸ਼ਤ ਕਰਦੇ ਨੇ। ਟਾਪਕ ਆਉਣ ਤੋਂ ਪਹਿਲੇ मैं दोस्तों की रिक्वेस्ट करांगा ਜਿਹੜੇ ਦੋਸਤ ਨਵੇਂ ਆਏ ਨੇ ਮੇਰੇ ਚੈਨਲ ਤੇ ਉਹ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਾ ਬਟਨ ਦਬਾ ਦੇਣ ਤਾਂ ਕਿ ਤਾਜ਼ਾ ਔਰ ਅੱਛੀਆਂ ਵੀਡੀਓ ਦੋਸਤਾਂ ਤੱਕ ਪਹੁੰਚ ਜਾਣ ਔਰ ਉਹਨਾਂ ਨੂੰ ਦੇਖ ਕੇ ਕੁਝ ਨਾ ਕੁਝ ਫਾਇਦਾ ਹਾਸਲ ਕਰ ਲੈਣ। तो बिला तखीर आने जी टॉपिक अज का साडा टॉपिक है जी तरबूज की काश्त किस तरह करनी है, किवें करनी है, की खर्चा आता है, इहदे ते की लवाजमात ने ते किहड़े-किहड़े प्रोसीजर च हो के गुजरना पैंदा है। आओ जी दोस्तों नाल गलबात भी कराने साडे नाल साडे होस्ट फार्मर ने भाई मौजूद ने, उन्हां नाल गल कराने और उन्हां दा खसूसी इंटरव्यू दोस्तों नाल शेयर करने उन्हां दे तजर्बे दा निचोड़ दोस्तों नाल शेयर करने। पहले अपना तारफ कराओ कि तुहाडा नाम की ते किहड़ा इलाका है। साडा जी ठट्टा कालू खोखर दरियाए दे उत्ते ऐड बल्लो की तू 3 किलोमीटर थल्ले जी भाई जी ना अपना नाम जुल्फकार वाली जी। अच्छा तारफ दोस्तों ने असीं कराया ते ਅਸੀਂ ਸਭ ਤੋਂ ਪਹਿਲੇ ਭਾਈ ਹੋਰਾਂ ਕੋਲ ਸਵਾਲ ਕਰਨੇ ਆ ਕਿ ਤਰਬੂਜ਼ ਦੀ ਜ਼ਮੀਨ ਕਿਸ ਤਰ੍ਹਾਂ ਤਿਆਰ ਕਰਦੇ ਨੇ, ਤਰਬੂਜ਼ ਦੀ ਕਾਸ਼ਤ ਵਾਸਤੇ ਕਿਹੜੇ ਕਿਹੜੇ ਮਰਲਿਆਂ 'ਚ ਗੁਜ਼ਰਨਾ ਪੈਂਦਾ। ਜੀ ਭਾਈ ਜਾਨ ਜ਼ਮੀਨ ਦੀ ਤਿਆਰੀ ਤੁਸੀਂ ਕਰਨ ਵਾਸਤੇ ਕੀ ਕੁਝ ਕਰਦੇ ਜੀ। पहले नंबर ਤਾਂ ਜ਼ਮੀਨ ਜਿਹੜੀ ਏ ਇਹਦੇ ਚ ਡਿਸਕ ਮਾਰਨੀ ਪੈਂਦੀ ਜੀ, ਦੋ ਲਾਈ ਦੀ ਡਿਸਕ ਦੀ, ਉਹਦੇ ਉੱਤੇ ਫਿਰ ਕੋ ਦੋ ਲਾ ਕੇ ਹੱਲ ਦੀ ਫਿਰ ਰੂਟਾ ਮਾਰਨਾ ਪੈਂਦਾ, ਫਿਰ ਉਤੋਂ ਕੋ ਦੋ ਲਾ ਕੇ ਹੱਲ ਦੀ ਫਿਰ ਰੂਟਾ ਮਾਰਨਾ ਪੈਂਦਾ। ਜੇ ਜ਼ਮੀਨ ਵੇਖ ਲਾ ਜੇ ਇੱਥੇ ਬਰੀਕ ਹੋ ਗਈ ਏ ਤੇ ਠੀਕ ਏ, ਨਹੀਂ ਤੇ ਫਿਰ ਦੌਰ ਲਾ ਕੇ ਫਿਰ ਰੂਟਾ ਮਾਰਨਾ ਪੈਂਦਾ। ਇਹਨੂੰ ਬਰੀਕ ਚਾਹੀਦੀ ਜ਼ਮੀਨ ਇਸ ਫਸਲ ਨੂੰ। ਅੱਛਾ ਇਹਦੀ ਵੀ ਇਸ ਤਰ੍ਹਾਂ ਤਿਆਰੀ ਜਿਸ ਤਰ੍ਹਾਂ ਤੁਸੀਂ ਗਾਜਰ ਵਗੈਰਾ ਦੀ ਕਾਸ਼ਤ ਕਰਨ ਵਾਸਤੇ ਉਹ ਆਲੂ ਦੀ ਤੇ ਗਾਜਰ ਦੀ ਜ਼ਮੀਨ ਤਿਆਰ ਹੁੰਦੀ ਹੈ ਨਾ, ਇਹਨੂੰ ਬੁਰਬਰਾ ਬਰੀਕ ਕਰਨਾ ਬਰੀਕ ਚਾਹੀਦੀ ਬਿਲਕੁਲ ਪਹਿਲੀ। ਅੱਛਾ ਬਰੀਕ ਜ਼ਮੀਨ ਹੋ ਗਈ, ਇਸ ਤੋਂ ਅਗਲਾ ਪ੍ਰੋਸੀਜਰ ਕੀ ਹੈ ਜੀ। ਖੇਲੀ ਫੌਰਨ ਬਣਾਉਂਦੇ ਜੇ ਜਾਂ ਕੋਈ ਹਵਾ ਲੱਗਦੀ ਹੈ ਸੁਕਾਉਂਦੇ ਜੇ ਕਿ कोनी पैली वांदे वांदे खुश्क हो जाती है जी ते फिर उनकी खेली पा देती है। अच्छा खेली पा दे प्लांटर नाल खेली होंदी पैंदी है हां ते पै के ते फिर उत्ते इंदे खलारी दी खाद ਜਿਹੜਾ ਹੈ ਤੁਸੀਂ ਇਹ ਦੱਸੋ ਵੀ ਖੇਲੀਆਂ ਏਕੜ ਦੇ ਵਿੱਚ ਕਿੰਨੀਆਂ ਖੇਲੀਆਂ ਪਾਉਂਦੇ ਜੀ। तकरीबन 16 15 16 ਏਕੜ ਦੇ ਵਿੱਚ ਖੇਲੀ ਤੋਂ ਖੇਲੀ ਦਾ ਗੈਪ ਜਿਹੜਾ ਇੱਕ ਖੇਲੀ ਤੋਂ ਦੂਸਰੀ ਖੇਲੀ ਦਾ ਵਾਇਆ ਹੈ ਇਹ तकरीबन 13 14 ਫੁੱਟ। ਹਾਂ ठीक है ये हो गया जी खेली दा प्रोसीजर मुकम्मल हो गया। अगला लाया अमल की है खाद वाला। अगला जी खाद डीएपी दी एक बोरी पैंदी है। केरा करदे जी किनारियां ते दोवां साइडां ते किनारे ते दोवां साइडां ते केरा करना है। डीएपी दा केरा करके ते फिर उनदे उत्ते छापर बिछाउणा है। अच्छा छापर भी बिछावना है, काले रंग दा छापर बिछाउणा जी। छापर बिछावना है वो किस तरह बिछावना है? वो भी इस तरीके भी लम्मा कर देना है ते ओदू तू फड़ के ते ओनू बिछाउणा। अच्छा ਤੇ ਕਿੰਨਾ ਛਾਪਰ ਲੱਗਦਾ ਜੀ ਫੀ ਏਕੜ? 10 ਕਿਲੋ ਲੱਗ ਜਾਂਦਾ। 10 11 ਕਿਲੋ ਛਾਪਰ ਥੱਲੇ ਵਾਲਾ ਲੱਗ ਜਾਂਦਾ। ਅੱਛਾ ਛਾਪਰ ਵੀ ਲੱਗ ਗਿਆ, ਹੁਣ ਅਗਲਾ ਪ੍ਰੋਸੀਜਰ ਕੀ ਹੈ ਜੀ? ਅਗਲਾ ਪ੍ਰੋਸੀਜਰ ਦੀ ਮਸ਼ੀਨ ਹੈ ਜਿਹੜੀ ਮੋਰੇ ਕੱਢਣਾ, ਸੁਰਾਖ ਜਿਹੜੇ ਕੱਢਣੇ ਨਾ ਉਹ ਫੁੱਟ ਦੇ ਵਾਏ 1.5 ਫੁੱਟ ਦੇ ਵਾਏ ਤੇ ਸੁਰਾਖ ਜਿਹਦੇ ਵਿੱਚ ਬੀਜ ਉਹਦੇ ਵਿੱਚ ਬੀਜ ਕਾਸ਼ਤ 1.5 ਫੁੱਟ ਦੇ ਵਾਏ ਤੇ ਉਹ ਲੱਗਣਾ ਹੈ। ਫਿਰ ਉਹਦੇ ਵਿੱਚ ਬੀ ਇੱਕ ਦਾਣਾ ਲੱਗੇਗਾ। ਜਦੋਂ ਇੱਕ ਦਾਣਾ ਬੀਜ ਲੱਗ ਜਾਏਗਾ ਫਿਰ ਉਹਦੇ ਪਾਣੀ ਛਡਾਇਆ ਜਾਏਗਾ, ਉਹਨੂੰ ਉਹਦੇ ਬੱਤਰ ਦੇ ਨਾਲ ਫੁੱਟ ਜਾਏਗਾ, ਉੱਗ ਆਵੇਗਾ। ਫੌਰਨ ਉੱਤੇ ਜਿਹੜਾ ਛਾਪਰ ਇਹਨਾਂ 8 ਫੁੱਟਾ ਸੋਟੀ ਲਾ ਤੇ ਉੱਤੇ ਉਹ ਜੀ ਕਰਤੇ ਫੁੱਲ ਬੰਦ ਕਰ ਦੇਣਾ ਫੌਰਨ, ਯਾਨੀ ਕਿ ਬੀ ਕਾਸ਼ ਕਰਨ ਫੌਰਨ ਨਾਲ। ਇਹ ਬੀ ਜਿਹੜਾ ਹੈ ਇਹ ਫੁੱਟਣਾ ਹੀ ਸਿਰਫ ਛਾਪਰ ਦੀ ਗਰਮੈਸ਼ ਨਾਲ, ਉਵੇਂ ਓਪਨ ਨਹੀਂ ਫੁੱਟ ਸਕਦਾ। ਅੱਛਾ ਇੱਕ ਦੋਸਤਾਂ ਦੇ ਨੌਲੇਜ ਵਿੱਚ ਆਪਾਂ ਇਜ਼ਾਫਾ ਕਰੀਏ कि बीज की वैरायटी जी बहुत ज्यादा झाड़ देंदी, आमदन ज्यादा जी देंदी, वो वैरायटी शेयर करनी कि वो केड़ी वैरायटी काश्त करनी? वो एक तो डॉलर चल रहा है। अच्छा ते एक फखर जेड़ा है ना वो भी अच्छा बीज चल रहा है ते एक टालो, ये तीन वैरायटियां ने अच्छियां ने, इन्ने अच्छी पैदावार देंदियां।
ਇਹ ਗੋਲ ਸਰਾਈ ਨਹੀਂ ਲਾਉਣੀ ਛੱਡਦੀ, ਗੋਲ ਲਾਉਣਾ। ਅੱਛਾ, ਇਹਦਾ ਜਿਹੜਾ ਟਾਈਮ ਪੀਰੀਅਡ ਇਹ ਕਿੰਨੇ ਕੁ ਅਰਸੇ 'ਚ ਤਿਆਰ ਹੋ ਜਾਂਦਾ? ਇਹ ਤਕਰੀਬਨ 4 4.5 ਮਹੀਨੇ ਵਿੱਚ। ਜੇ ਕਾਫੀ ਲੰਮਾ ਟਾਈਮ ਲੱਗ ਜਾਂਦਾ। ਹਾਂ। ਅੱਛਾ, ਹੁਣ ਇਹਦਾ ਜਿਹੜੀ ਟਾਈਮਿੰਗ ਖਾਸ ਜਿਹੜਾ ਹੁਣ ਟਾਈਮ ਚੱਲ ਰਿਹਾ ਇਹ ਦੋਸਤਾਂ ਨਾਲ ਸ਼ੇਅਰ ਕਰੀਏ ਕਿ ਬੜਾ ਬਿਹਤਰੀਨ ਟਾਈਮ ਚੱਲ ਰਿਹਾ। ਹਾਂ, ਬਿਹਤਰੀਨ ਟਾਈਮ ਚੱਲ ਰਿਹਾ। ਤੇ ਕਦੋਂ ਤੱਕ ਆਪਾਂ ਕਾਸ਼ਤ ਕਰ ਸਕਨੇ ਆ? ਇਹਦਾ ਟਾਈਮ ਅੱਗੇ ਕਿੰਨਾ ਕੁ ਦੇਰ ਤੱਕ ਆਪਾਂ ਨੂੰ ਕਾਸ਼ਤ ਕੀਤਾ ਜਾ ਸਕਦਾ? ਇਹ ਤਕਰੀਬਨ 20 ਦਿਨ ਤੱਕ ਜੀ ਹੋ ਰਿਹਾ ਹੈ। 20 ਦਿਨ ਪਿੱਛੇ ਫਿਰ ਜ਼ਿਆਦਾ ਲੇਟ ਹੋ ਜਾਏਗਾ, ਫਿਰ ਨਾਗਾ ਹੀ ਬੜਾ ਹੋਵੇਗਾ, ਫਿਰ ਉਹ ਪੌਦਾ ਜਿਹੜਾ ਨਾ ਨਹੀਂ ਤਿਆਰ ਹੋਣਾ। ਯਾਨੀ ਕਿ ਜਦੋਂ ਜ਼ਿਆਦਾ ਠੰਡ ਹੋ ਜਾਏ ਤੇ ਫਿਰ ਇਹਦੇ ਵਿੱਚ ਨਾਗਾ ਆਣਾ ਸ਼ੁਰੂ ਨਾਗਾ ਆਉਣਾ ਸ਼ੁਰੂ ਹੋ ਜਾਏਗਾ, ਫਿਰ ਨਹੀਂ ਪੂਰਾ। ਅੱਛਾ, ਇਹਦਾ ਨਾਗੇ ਦਾ ਤੁਸੀਂ ਲਾਏ ਅਮਲ ਕਰਦੇ ਜੇ ਕੋਈ ਲੋਕ ਟਰੇਵਾਂ ਭਰਦੇ ਨੇ ਉਹਦਾ ਕਰਦਾ ਬਿਲਕੁਲ ਜੀ। ਉਹਦਾ ਜੀ ਜਦੋਂ ਅਸੀਂ ਛਾਪਰ ਦੇ ਲੈਣਾ ਬੀਜ ਉਗਾਣਾ ਉਹਦੀਆਂ ਟਰੇਵਾਂ ਪਾਤਨਾ ਬੀਜ ਦੀਆਂ ਘਰ ਆਪਣੇ ਰੱਖ ਲੈਨੇ ਆ। ਜਦੋਂ ਜਿਸ ਜਗ੍ਹਾ ਤੇ ਨਾਗਾ ਹੋਵੇ ਨਾ ਉਹ ਫਿਰ ਬੀਜ ਲਿਆ ਤੇ ਉਹ ਜਗ੍ਹਾ ਤੇ ਦਬੋ ਦੇਦਾ, ਉਹ ਫਿਰ ਨਾਲ ਮੁਕੰਮਲ ਹੋ ਜਾਂਦਾ ਹੈ, ਨਾਗਾ ਨਹੀਂ ਰਹਿੰਦਾ। ਅੱਛਾ, ਇਹ ਬੜਾ ਬਿਹਤਰੀਨ ਅਮਲ ਹੈ ਦੋਸਤਾਂ ਨਾਲ ਅਸੀਂ ਸ਼ੇਅਰ ਕਰੀਏ ਕਿ ਬੀਜ ਜੋ ਹੀ ਕਾਸ਼ਤ ਕਰਨਾ ਹੈ ਉਸ ਦੇ ਨਾਲ ਹੀ ਤੁਸੀਂ ਆਪਣੇ ਘਰ, ਆਪਣੇ ਖੇਤ, ਆਪਣੇ ਫਾਰਮ ਦੇ ਅੰਦਰ ਤੁਸੀਂ ਜਿਹੜਾ ਹੈ ਨਾ ਟਰੇਵਾਂ ਦੇ ਅੰਦਰ ਇਸ ਦੀ ਪਨੀਰੀ ਵੀ ਫੌਰਨ ਕਾਸ਼ਤ ਕਰ ਲੈਣੀ। ਆਇਆ ਕਿ ਇਹਦਾ ਉਗਾਓ ਹੋ ਰਿਹਾ ਹੈ, ਜੇ ਅਗਰ ਕੋਈ ਨਾਗਾ ਹੋ ਗਿਆ, ਕੋਈ ਬੀਜ ਮਾਰਿਆ ਗਿਆ, ਉਹ ਨਹੀਂ ਹੋ ਸਕਿਆ, ਤੁਸੀਂ ਫੌਰਨ ਦੂਸਰਾ ਐਡਜਸਟ ਕਰ ਸਕਦੇ ਹੋ। ਉਹਦੇ ਨਾਲ ਇਹ ਹੈ ਕਿ ਜਿਹੜੀ ਬੇਲ ਉੱਗੀ ਹੋਈ ਹੈ, ਜਿਹੜਾ ਬੀਜ ਉੱਗਿਆ ਹੈ ਉਹਦਾ ਉਮਰ ਦਾ ਵੀ ਤਕਰੀਬਨ ਇੱਕ ਟਾਈਮ ਹੋਏਗਾ, ਸੇਮ ਟਾਈਮ ਹੋਏਗਾ। ਉਹ ਦੋਸਤਾਂ ਨੂੰ ਉਹਦੇ ਵਾਸਤੇ ਇੰਤਜ਼ਾਰ ਨਹੀਂ ਕਰਨਾ ਪਏਗਾ, ਉਹ ਨਾਲ ਹੀ ਫਸਲ ਦੇ ਤਿਆਰ ਹੋ ਜਾਏਗਾ। ਪੈਦਾਵਾਰ ਕਮੀ ਨਹੀਂ ਹੋਗੀ। ਅੱਛਾ, ਇਹਦਾ ਮਤਲਬ ਹੁਣ ਤੁਸੀਂ ਟਾਈਮ ਦੱਸਿਆ ਹੈ, ਹੁਣ ਆਪਣਾ ਤਕਰੀਬਨ ਚੱਲ ਰਹੀਆਂ ਨੇ ਨਵੰਬਰ ਦੀਆਂ ਕੁਝ 16-17 ਤਰੀਕ ਹੈ ਅੱਜ। ਇਹ ਦਸੰਬਰ ਮਤਲਬ 16-15-16 ਤਰੀਕ ਤੱਕ ਕਾਸ਼ਤ ਹੋ ਸਕਦੀ ਹੈ। ਹਾਂਜੀ। ਅੱਛਾ, ਇੱਕ ਮਹੀਨਾ ਯਾਨੀ ਕਿ ਇਹ ਤੁਸੀਂ ਐਡਵਾਂਸ ਕਰ ਰਹੇ ਕਿ ਟੀਮ ਦਾ ਟਾਈਮ ਹੀ ਚੱਲ ਰਿਹਾ? ਟਾਈਮ ਹੀ ਹੈ ਜੀ। ਅੱਛਾ ਅੱਛਾ ਅੱਛਾ, ਫੀ ਏਕੜ ਦਾ ਬੀਜ ਜਿਹੜਾ ਹੈ ਉਹ ਕਿੰਨਾ ਲੱਗਣਾ ਹੈ? ਦੋਸਤਾਂ ਨੂੰ ਦੱਸੀਏ ਕਿੰਨੇ ਗ੍ਰਾਮ ਦਾ ਪੈਕਟ ਹੁੰਦਾ ਹੈ ਔਰ ਕਿੰਨਾ ਲੱਗਦਾ? ਇਹ 100 ਗ੍ਰਾਮ ਦੇ 2 ਪੈਕਟ ਲੱਗਣਗੇ। ਇੱਕ ਦਾਣਾ ਲਾਉਣਾ, ਵੱਧ ਨਹੀਂ ਲਾਉਣਾ। ਯਾਨੀ ਕਿ 200 ਗ੍ਰਾਮ ਆ ਬੀਜ 200 ਗ੍ਰਾਮ ਵੀ ਕਿੱਲੇ ਚ ਲੱਗੇਗਾ। ਕੀ ਕੀਮਤ ਚੱਲ ਰਹੀ ਫਿਲਹਾਲ ਬਾਜ਼ਾਰ ਅੰਦਰ? ਇਹ ਫਿਲਹਾਲ ਦੀ 8000 ਰੁਪਏ ਕੀਮਤ ਚੱਲ ਰਹੀ ਹੈ 100 ਗ੍ਰਾਮ ਦੀ। ਅੱਛਾ ਅੱਛਾ ਅੱਛਾ, ਅਸੀਂ ਕੋਸ਼ਿਸ਼ ਕੀਤੀ, ਅਸੀਂ ਇੱਕ ਹੋਰ ਤਰੀਕਾ ਜਿਹੜਾ ਦੋਸਤ ਇੱਕ ਹੋਰ ਤਰੀਕੇ ਨਾਲ ਕਾਸ਼ਤ ਕਰਦੇ ਨੇ ਉਹ ਵੀ ਬਾਈਆਂ ਕੋਲ ਪੁੱਛਨੇ ਆ। ਇੱਕ ਤਾਂ ਇਹ ਹੋ ਗਿਆ ਜੀ ਆਮ ਜਿਹੜਾ ਛਾਪਰ ਖੇਲੀਆਂ ਵਗੈਰਾ ਤੇ ਲਗਾ ਕੇ ਕਾਸ਼ਤ ਕਰਦੇ ਨੇ, ਉਹ ਕਾਸ਼ਤ ਇਹ ਹੋ ਰਿਹਾ, ਉਹ ਦੋਸਤਾਂ ਨਾਲ ਸ਼ੇਅਰ ਕੀਤਾ। ਮਜ਼ੀਦ ਵੀ ਅਸੀਂ ਕੁਝ ਦੋਸਤਾਂ ਨਾਲ ਸ਼ੇਅਰ ਕਰਨੇ ਆ ਕਿ ਤੁਸੀਂ ਕਿੰਨੇ ਅਰਸੇ ਤੋਂ ਕਾਸ਼ਤ ਕਰ ਰਹੇ ਜੀ? ਇਹ ਤਕਰੀਬਨ 10 ਸਾਲ ਹੋ ਗਏ। ਅੱਛਾ, 10 ਸਾਲ ਤੁਹਾਨੂੰ ਇਸ ਫੀਲਡ 'ਚ ਹੋ ਗਿਆ। 10 ਸਾਲ। ਅੱਛਾ, ਇੱਕ ਅਹਿਮ ਸਵਾਲ ਇਹ ਆ ਕਿ ਮਾਰਕੀਟ ਦੇ ਵਿੱਚ ਅੱਛਾ ਰੇਟ ਲੈਣ ਵਾਸਤੇ ਆਪਾਂ ਨੂੰ ਇੱਕ ਦੋ ਵੈਰਾਈਟੀਆਂ, ਇੱਕ ਗੋਲ ਹੁੰਦਾ, ਇੱਕ ਸੁਰਾਈ ਹੁੰਦਾ। ਹਾਂਜੀ। ਮਾਰਕੀਟ ਦੇ ਵਿੱਚ ਅੱਛਾ ਰੇਟ ਲੈਣ ਵਾਸਤੇ ਕਾਸ਼ਤਕਾਰ ਜ਼ਿਆਦਾ ਤਵੱਜੋ ਕਿਹੜੇ ਬੀਜ ਲੈ ਦੇਣੀ ਚਾਹੀਦੀ? ਗੋਲ ਤੇ ਗੋਲ ਦੀ ਵੈਲਿਊ ਜ਼ਿਆਦਾ ਹੈ। ਆਉਂ ਦੀ ਵੈਲਿਊ ਜ਼ਿਆਦਾ। ਅੱਛਾ, ਗੋਲ ਦੀ ਵੈਲਿਊ ਜ਼ਿਆਦਾ ਹੈ ਤੇ ਦੋਸਤਾਂ ਨਾਲ ਇਹ ਮਸ਼ਵਰਾ ਹੈ ਵੀ ਅਸੀਂ ਉਹਨੂੰ ਕਾਸ਼ਤ ਕਰੀਏ। ਹਾਂਜੀ ਜੀ, ਦੋਸਤਾਂ ਨੇ ਸੁਣਿਆ ਕਿ ਉਹ ਗੋਲ ਤੇ ਸੁਰਾਈ ਦੋ ਵੈਰਾਈਟੀਆਂ ਹੁੰਦੀਆਂ ਨੇ। ਬੀਜ ਵੀ ਦੋਸਤਾਂ ਨੇ ਦੱਸੇ ਨੇ, ਬੀਜ ਦੋਸਤਾਂ ਨੂੰ ਦੱਸੇ ਨੇ, ਉਹ ਬੀਜ ਦੁਬਾਰਾ ਦੱਸਣੇ। ਇਹਨਾਂ ਬੀਜਾਂ ਦੇ ਵਿੱਚ ਹੀ ਉਹ ਸੁਰਾਈ ਵੀ ਹੈ। ਹਾਂਜੀ, ਹੁੰਦੀ ਸੁਰਾਈ। ਬੀਜ ਦੁਬਾਰਾ ਦੱਸਿਆ ਜੀ। ਇੱਕ ਫਖਰ ਹੈ ਜੀ, ਇੱਕ ਡਾਲਰ ਹੈ, ਇੱਕ ਟਾਲ। ਇਹਨਾਂ ਦੇ ਵਿੱਚ ਸੁਰਾਈ ਵੀ, ਇਹਦੇ ਵਿੱਚ ਸੁਰਾਈ ਹੈ। ਇਹਨਾਂ ਵੈਰਾਈਟੀਆਂ ਦੇ ਵਿੱਚ ਸੁਰਾਈ ਵੀ ਮਿਲ ਜਾਂਦੇ ਨੇ। ਜਿਹੜੇ ਦੋਸਤ ਸ਼ੌਕ ਰੱਖਦੇ ਨੇ ਕਿ ਸੁਰਾਈ ਅਸਾਂ ਕਾਸ਼ਤ ਕਰਨਾ, ਉਹ ਸੁਰਾਈ ਥੋੜਾ ਜਿਹਾ ਲੰਮਾ ਟਾਈਪ ਹੁੰਦਾ ਹੈ ਹਾਂਜੀ। ਤੇ ਇੱਕ ਗੋਲ ਹੁੰਦਾ ਹੈ, ਠੀਕ ਹੈ। ਉਹ ਦੋਸਤ ਆਪਣੇ ਸ਼ੌਕ ਦੇ ਮੁਤਾਬਕ ਕਾਸ਼ਤ ਕਰ ਸਕਦੇ ਨੇ ਆਪਣੇ ਇਲਾਕੇ ਦੀ ਮਾਰਕੀਟ ਦੇ ਲਿਹਾਜ਼ ਨਾਲ, ਠੀਕ ਹੈ। ਹੁਣ ਅਸੀਂ ਦੂਸਰੇ ਤਰੀਕੇ ਚ ਆ ਰਹੇ ਹਾਂ। ਅੱਛਾ, ਦੋਸਤਾਂ ਨਾਲ ਸ਼ੇਅਰ ਕਰੀਏ ਦੂਸਰਾ ਤਰੀਕਾ ਜਿਹੜਾ ਉਹਨੂੰ ਟੱਪਾਂ ਵਾਲਾ ਤਰੀਕਾ, ਜਿਹਨੂੰ ਪੰਜਾਬੀ ਜ਼ਬਾਨ ਟੱਪਾਂ ਵਾਲਾ, ਉਹ ਕਿਸ ਤਰ੍ਹਾਂ ਅਸੀਂ ਕਾਸ਼ਤ ਕਰ ਸਕਦੇ ਨੇ? ਉਹਨੇ ਤਫਸੀਲਨ ਥੋੜਾ ਜਿਹਾ ਤਰੀਕਾ ਬਾਈਆਂ ਨਾਲ ਸ਼ੇਅਰ ਕਰੀਏ। ਚਲੋ, ਉਹ ਵੀ ਇਸ ਤਰੀਕੇ ਖਾਲੀ ਜਿਹੜੀ ਹੈ ਨਾ, ਇਹ ਕੱਢਣੀ ਪੈਂਦੀ ਹੈ। ਕੱਢ ਕੇ ਤੇ ਉਹ ਦਰਿਆ ਜਾਣਾ ਲੱਗਦਾ, ਜਿੰਦੀ ਜ਼ਮੀਨ ਦੇ ਉੱਤੇ 2 ਫੁੱਟ ਰੇਤ। ਅੱਛਾ, ਦਰਿਆ ਚ ਉਹ ਕਾਸ਼ਤ ਇਹ ਹੋ ਸਕਦਾ ਟੱਪ ਵਾਲਾ ਦੁਆਣਾ ਉਲਟਾ ਉਹਨੂੰ ਕਾਸ਼ਤ ਹੋ ਸਕਦਾ। ਸਹੀ। ਉਹ ਦਰਿਆ ਦੇ ਵਿੱਚ 2 ਫੁੱਟ ਤੋਂ ਰੇਤ, ਰੇਤਲੇ ਇਲਾਕੇ ਚ, ਰੇਤਲੇ ਇਲਾਕੇ 2 ਫੁੱਟ ਰੇਤ ਦੇ ਥੱਲੇ ਉਹਦੇ ਮਿੱਟੀ। ਅੱਛਾ, ਤੁਸੀਂ ਗੱਲ ਕਰ ਰਹੇ ਜੀ ਕਿ ਜ਼ਰੂਰੀ ਦਰਿਆ ਚ ਰੇਤ ਹੁੰਦੀ ਹੁੰਦੀ। ਹਾਂਜੀ। ਜਿਹੜੇ ਇਲਾਕੇ ਨੇ ਦੂਸਰੇ ਰੇਤਲੇ ਇਲਾਕੇ ਗਿਣੇ ਜਾਂਦੇ, ਹਾਂਜੀ। ਉੱਥੇ ਵੀ ਇਹ ਹੋ ਜਾਂਦਾ। ਹਾਂ, ਰੇਤਲੇ ਇਲਾਕਾ ਸਾਰਾ ਸੀ ਹੋ ਜਾਂਦਾ। ਅੱਛਾ ਅੱਛਾ, ਦੱਸੋ ਕਿ ਤਫਸੀਲ ਦੱਸੋ। ਉਹਦੀ ਖੇਲੀ ਕੱਢਣੀ, ਖੇਲੀ ਕੱਢ ਕੇ ਸਾਫ਼ ਕਰਕੇ ਉਹਦੇ ਵਿੱਚ ਮਸ਼ੀਨ ਨਾਲ ਵਰਮਾ ਮਾਰਨਾ। ਤਕਰੀਬਨ ਅੱਧੀ ਕਰਮ ਤੇ ਵਰਮਾ ਮਾਰੀ ਜਾਂਦੀ। ਖੇਲੀ ਇਸ ਤਰ੍ਹਾਂ ਹੀ ਆ ਖੇਲੀ ਇਸ ਤਰ੍ਹਾਂ ਹੀ ਉਹਦੇ ਨਾਲ ਜੁੰਦੀ ਕਰ ਲੈ ਥੋੜੀ ਜਿਹੀ। ਆ ਕਲੇ ਦੇ ਪਿਛਲੇ ਸਾਲ ਰੱਖ ਕੇ ਨਾ
ਵਰਮਾ ਮਾਰਨਾ ਪੈਂਦਾ ਅੱਧੀ ਕਰਮ ਤੇ 2.5 ਫੁੱਟ ਤੇ 2.5 ਫੁੱਟ ਦੇ ਫਾਸਲੇ 2.5 ਫੁੱਟ ਤੇ ਵਰਮਾ ਮਾਰੀ ਜਾਈਦਾ ਉਹਦੇ ਮਿੱਟੀ ਦੁਬਾਰਾ ਫਿਰ ਉਹਦੇ ਵਿੱਚ ਪਾ ਕੇ ਜਿਹੜਾ ਵਰਮਾ ਕੱਢਦਾ ਉਹਦੇ ਵਿੱਚ ਖਾਦ ਲਾ ਕੇ ਮਿੱਟੀ ਨਾਲ ਭਰ ਕੇ ਉਹਦੇ ਉੱਤੇ ਵੀ 3 ਦਾਣੇ ਬੀਜ ਦੇ ਉਹਦੇ ਲੱਗਦੇ ਅੱਛਾ ਸ਼ੈੱਡ ਦਾ 1 ਦਾਣਾ ਲੱਗਦਾ ਉਹਦੇ 3 ਦਾਣੇ ਲੱਗਦੇ ਨੇ ਇੱਕ ਟੱਪ ਅੱਛਾ ਇਸ ਤਰੀਕੇ ਉਹ ਵਿਆਹੀ ਹੁੰਦੀ ਹੈ ਕਿੰਨੇ ਹੀ ਉੱਗਾ ਆਉਂਦੇ ਆਹ ਕਿੰਨੇ ਹੋਗਾ ਉਹਦੇ ਵਿੱਚ ਹੀ ਰਹਿਣੇ ਉਹਦੇ ਵਿੱਚ ਹੀ ਰਹਿੰਦੀ ਪਟਨੀ ਤੇ ਜਿਹੜਾ ਤੁਸੀਂ 2.5 ਫੁੱਟ ਦਾ ਫਾਸਲਾ ਛੱਡਿਆ ਹੈ ਹਾਂਜੀ ਉਹ ਫਿਰ ਉਹ ਫਾਸਲਾ ਕਵਰ ਹੋ ਜਾਏਗਾ ਕੋਈ ਥਾਂ ਬਚੇਗੀ ਨਹੀਂ ਉਹਨੇ ਦੋਵੇਂ ਬਾਦੀ ਇੰਦੇ ਪੂਰੇ ਕਰਨੇ ਹਾਂ ਹਾਂ ਉਸ ਵਾਲਾ ਸਹੀ ਹੋਰ ਇਹਦੀ ਕੀ ਇਹਦੇ ਉੱਤੇ ਵੀ ਛਾਪਰ ਉਹਦੇ ਉੱਤੇ ਵੀ ਛਾਪਰ ਆਵੇਗਾ ਉਹਦੇ ਤੇ ਫੋਰਨ ਜਿਹੜਾ ਆਮ ਆਪਾਂ ਛੱਡ ਚ ਪਾ ਰਹੇ ਖੇਲੀਆਂ ਤੇ ਇਹਨਾਂ ਨੂੰ ਫੋਰਨ ਚਾਹੀਦਾ ਉਹਨੂੰ ਤਕਰੀਬਨ 1 ਮਹੀਨਾ ਬਾਅਦ ਵੀ ਲੱਗ ਜਾਏ ਕੋਈ ਡਰ ਨਹੀਂ ਤੇ ਇਹ ਜ਼ਰੂਰੀ ਹੈ ਜਿਹੜਾ ਤੁਸੀਂ 2.5 ਫੁੱਟ ਦਾ ਫਾਸਲਾ ਦੱਸਦੇ ਪਏ ਜੀ ਉਹ ਜ਼ਰੂਰੀ ਹੁੰਦਾ ਉਹ ਜੇ ਨੇੜੇ ਲਾਵਾਂਗੇ ਨਾ ਤੇ ਜ਼ਿਆਦਾ ਉਸ ਮਾਰ ਜਾਏਗੀ ਇਹਨੂੰ ਕੋਈ ਚੀਜ਼ ਨਹੀਂ ਲੱਗਦੀ ਅੱਛਾ ਇਹਨੂੰ ਪਾਣੀ ਵਗੈਰਾ ਫੋਰਨ ਲਾਉਣ ਦੇ ਉਹਨੂੰ ਮੌਕੇ ਤੇ ਪਾਣੀ ਨਹੀਂ ਲਾਉਣਾ ਪੈਣਾ ਉਹਨੂੰ ਬਾਅਦ ਛੋਰਾ ਪੱਟ ਕੇ ਉਹਦੀ ਬਾਅਦ ਖਾਦ ਪਾਣੀ ਸੌਰਾ ਪੱਟ ਕੇ ਕੀ ਮਿੱਟੀ ਦੇ ਨਾਲ ਸਾਲ ਨਿਕਲ ਜਾਣਾ ਨਾ ਉਹ ਆਪਾਂ ਛੋਰਾ ਲਾ ਦੇਣਾ ਇਹਦੇ ਹਾਲ ਤੋਂ ਲਾ ਦੇਣਾ ਉਹਦੇ ਪੱਖਾ ਉਹਨਾਂ ਦੇ ਘਰੇ ਨੂੰ ਪਾਣੀ ਲਾਉਣਾ ਹੀ ਨਾ ਲੱਗੇਗਾ ਉਹਨਾਂ ਨੇ ਲੱਗੇਗਾ ਉਹ ਇਹਨਾਂ ਦੀ ਤਾਂ ਗੱਲ ਕਰ ਰਹੇ ਇਹ ਜਿਹੜਾ ਤੁਸੀਂ ਟੱਪ ਦੇ ਵਿੱਚ 20 ਕਾਸ਼ ਦਿੱਤਾ ਹੈ ਉਦੋਂ ਵੀ ਕੋਈ ਪਾਣੀ ਨਹੀਂ ਲੱਗਦਾ ਨਹੀਂ ਉਹਦੇ ਵੀ ਨਹੀਂ ਇਹਨੂੰ ਐਂਡ ਤੱਕ ਯਾਨੀ ਕਿ 2 ਮਹੀਨੇ ਜਾਂ 2.5-3 ਮਹੀਨੇ ਉਹ ਮੇਰਾ ਵਰਮਾ ਮਾਰਨਾ ਨਾ ਥੱਲੇ 2.5 ਫੁੱਟ ਦਾ ਉਹਨੂੰ ਦੀ ਵਜ੍ਹਾ ਨਾਲ ਸਲਾਬ ਪੂਰਾ ਹੋ ਜਾਂਦਾ ਜ਼ਮੀਨ ਦੀ ਪਲਾਈ ਦੀ ਆ ਉਠਾ ਆ ਜਾਏਗੀ ਯਾਨੀ ਕਿ 2.5-3 ਮਹੀਨੇ ਤੁਸੀਂ ਪਾਣੀ ਉਹਨੂੰ ਨਹੀਂ ਉਹਨੂੰ ਨਹੀਂ ਪਾਣੀ ਅੱਛੀ ਗੱਲ ਹੈ ਅੱਛਾ ਉਸ ਤੋਂ ਬਾਅਦ ਜਦੋਂ ਇਹਨੂੰ ਛਾਪਰ ਵਗੈਰਾ ਲਾਇਆ ਜਾਏਗਾ ਫਰਵਰੀ ਚ ਜਾ ਕੇ ਜਾਂ ਮਾਰਚ ਚ ਜਾ ਉਹਦੇ ਉੱਤੇ ਪਾਣੀ ਲਾਵਾਂਗੇ ਖਾਦ ਵੀ ਲਾਵਾਂਗੇ ਪਾਣੀ ਵੀ ਲਾਵਾਂਗੇ ਅੱਛਾ ਖਾਦ ਵੀ ਉਹ ਹੀ ਹੈ ਜਿਹੜੀ ਤੁਸੀਂ ਉਹਦੇ ਵਿੱਚ ਰਲਾਈ ਹੈ ਟੱਪ ਬਣਾਉਣ ਲੱਗੇ ਨਹੀਂ ਉਹਨੂੰ ਜਿਹੜੀ ਖਾਦ ਹੈ ਨਾ ਉਹਦੇ ਨਾਲ ਜੇ ਮੁੱਢ ਕਿੱਲੀ ਲਾ ਕੇ ਖਾਦ ਪਾ ਲਈਏ ਤੇ ਪਾਣੀ ਛੱਡ ਦਈਏ ਤੂੰ ਉਹ ਬਿਹਤਰ ਹੈ ਨਹੀਂ ਟੱਪ ਵਾਲੀ ਮਕਸਦ ਗੱਲ ਕਰਨ ਦੇ ਆ ਵੀ ਜਿੰਨਾ ਚਿਰ ਪਾਣੀ ਨਹੀਂ ਲੱਗਣਾ ਹਾਂਜੀ ਉਹਨੇ ਉਸੇ ਖੁਰਾਕ ਤੇ ਉਹ ਮੇਰੇ ਸੇ ਖੁਰਾਕ ਦੇ ਦਿਆ ਤੇ ਪਾ ਦੇਣੀ ਬੋਰੀ ਕਿਲੋ ਦੀ ਹਾਂ ਉਸੇ ਖੁਰਾਕ ਉਸੇ ਖੁਰਾਕ ਤੇ ਅੱਛਾ ਉਸ ਤੋਂ ਬਾਅਦ ਪਾਣੀ ਐਵੇਂ ਖੇਲੀਆਂ ਜਿਵੇਂ ਲਗਾਈ ਦੇ ਆ ਇਹਨੂੰ ਖੁੱਲਾ ਪਰਮਾ ਪਾਣੀ ਲੱਗਦਾ ਉਹਦੇ ਵਿੱਚ ਵੀ ਖਾਦ ਫਲੱਡ ਕਰੋਗੇ ਜਾਂ ਪੌਦਿਆਂ ਨੂੰ ਪਹਿਲੇ ਲਾ ਦਿਓ ਪੌਦਿਆਂ ਨੂੰ ਪਹਿਲੇ ਲਾ ਦਈਏ ਤੇ ਬਿਹਤਰ ਹੁੰਦੀ ਹੈ ਹਰ ਪੌਦੇ ਨੂੰ ਬਾਕੀ ਦੀ ਜ਼ਮੀਨ ਜਾਇਆ ਨਹੀਂ ਪੌਦੇ ਦੇ ਮੋਢੇ ਚ ਕਿੱਲੀ ਮਾਰ ਕੇ ਖਾ ਛੱਡ ਦੇ ਸਹੀ ਉਹ ਮੇਰੇ ਪੌਦੇ ਦੇ ਤੱਕ ਰਹੇਗੀ ਔਰ ਬਾਕੀ ਦੀ ਜ਼ਮੀਨ ਨਾ ਖਾਏ ਚਲੋ ਜੀ ਠੀਕ ਹੋ ਗਿਆ ਬਹੁਤ ਦੋਸਤਾਂ ਨਾਲ ਕੋਸ਼ਿਸ਼ ਕੀਤੀ ਹੈ ਕਿ ਦੋਸਤਾਂ ਨੂੰ ਸਾਰਾ ਤਰੀਕਾਕਾਰ ਵੀ ਬਾਈਆਂ ਦੀਆਂ ਗੱਲਾਂ ਬਾਤਾਂ ਵੀ ਸਾਰੀਆਂ ਦੋਸਤਾਂ ਨਾਲ ਸ਼ੇਅਰ ਕੀਤੀਆਂ ਨੇ ਬਾਈਆਂ ਦਾ ਤਜਰਬਾ ਸ਼ੇਅਰ ਕੀਤਾ ਹੈ ਕਿ ਉਹ ਕਿਸ ਤਰ੍ਹਾਂ ਕਾਸ਼ਤ ਕਰਨ ਕੀ ਇਹਦੇ ਵਿੱਚ ਪ੍ਰੋਸੀਜਰ ਹੈ ਕੀ ਇਹਦੇ ਲਵਾਜ਼ਮਾਤ ਨੇ ਉਹ ਕੋਸ਼ਿਸ਼ ਕੀਤੀ ਹੈ ਕਿ ਸਾਰੇ ਬਾਈਆਂ ਨੂੰ ਦਸੀਏ ਤੇ ਅਗਰ ਕੋਈ ਗੱਲ ਕਿਸੇ ਕਿਸਮ ਦੀ ਰਹਿ ਗਈ ਹੋਵੇ ਦੋਸਤ ਬਾਈ ਪੁੱਛ ਸਕਦੇ ਨੇ ਦੋਸਤ ਭਾई पूछ सकते हैं फोन करके वॉइस कर कोशिश करनी कि WhatsApp ਤੇ वॉइस करना है इंशाल्लाह कोशिश करांगे कि दोस्तों ਦੇ ਸਵਾਲਾਂ ਦਾ ਜਵਾਬ ਸਾਦਾ ਲਫ਼ਜ਼ਾਂ ਚ ਦਈਏ ਕਈ ਦੋਸਤ ਨਵੇਂ ਆਤ ਕਾਸ਼ ਕਰਦੇ ਨੇ ਕਈਆਂ ਦੋਸਤਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਮਤਲਬ ਕਿਸ ਤਰ੍ਹਾਂ ਕਾਸ਼ ਕਰਨ ਉਹਨਾਂ ਦੀ ਸਹੂਲਤ ਵਾਸਤੇ ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਉਹਨਾਂ ਦੇ ਨੌਲੇਜ ਵਿੱਚ ਇਜ਼ਾਫਾ ਕਰੀਏ तो इजाजत दो अल्लाह हाफिज़।